ਨਾਨਕ ਸਿੰਘ ਦੀ ਕਹਾਣੀ ਲੱਛਮੀ ਪੂਜਾ। ਮੈਂ ਕਹਿੰਦੀ ਹਾਂ ਇੱਕ ਖਲਾਰਾ ਤਾਂ ਮੁੱਕ ਲੈਣ ਦਿਆ ਕਰੋ, ਕੰਮ 'ਚ ਘੜੰਪ ਪਾ ਬਹਿੰਦੇ ਜੇ ਹੋਰ ਚੁੱਪ ਬਕਵਾਸ ਨਾ ਕਰੀ ਜਾਇਆ ਕਰ। ਹਰ ਵੇਲਾ ਕਵੇਲਾ ਵੇਖੀਦਾ ਕੰਮ 'ਚ ਘੜੰਪ ਤੇ ਸਗੋਂ ਤੂੰ ਪਾ ਦਿੱਤਾ ਆ ਕੇ। ਮਸੇ ਲੱਗਾ ਸੀ ਜ਼ਰਾ ਮੂਡ ਬਣਨ, ਖੁਰੀ ਪਿੱਛੇ ਮੱਤ ਜਨਾਨੀਆਂ ਦੀ। ਪਤਨੀ ਫੇਰ ਨਹੀਂ ਬੋਲੀ, ਉਵੇਂ ਮੂੰਹ ਲਟਕਾਈ ਬੁੜਬੁੜ ਕਰਦੀ ਪਿਛਾਂਹ ਮੁੜ ਗਈ। ਸੁਖਬੀਰ ਸਿੰਘ ਹੈ ਇਹਦਾ ਨਾਮ ਤੇ ਉਪਨਾਮ ਹੈ ਚੇਤਨ, ਅਰਥਾਤ ਦੋਹਾਂ ਨਾਵਾਂ ਵਾਲਾ ਆਦਮੀ। ਇਹਦੇ ਪਹਿਲੇ ਨਾਮ ਦਾ ਸੰਬੰਧ ਦੁਨੀਆ ਨਾਲ ਤੇ ਦੂਜੇ ਦਾ ਸਾਹਿਤ ਨਾਲ ਹੈ। ਆਪਣੇ ਤਬਕੇ 'ਚ ਮੰਨਿਆ ਹੋਇਆ ਸ਼ਾਇਰ, ਪਰ ਦੁਨੀਆਦਾਰ ਦੇ ਤੌਰ 'ਤੇ ਹਰ ਦੌੜ 'ਚ ਪਛੜਿਆ ਹੋਇਆ, ਹਰ ਮੈਦਾਨ 'ਚੋਂ ਭੱਜਿਆ ਹੋਇਆ ਇੱਕ ਬਦਨਸੀਬ ਜਿਹਾ ਆਦਮੀ। ਜਾਂ ਇੰਝ ਸਮਝ ਲਓ ਕਿ ਸਰਸਵਤੀ ਦਾ ਵਰੋਸਾਇਆ ਤੇ ਲੱਛਮੀ ਦਾ ਸਰਾਪਿਆ ਹੋਇਆ। ਵਰ ਤੇ ਸਰਾਪ ਇਹ ਦੋਵੇਂ ਜਿਹਦੇ ਨਾਲ ਹੀ ਰਹਿੰਦੇ ਨੇ, ਉਹਦੇ ਪਰਛਾਵੇਂ ਵਾਂਗ। ਚੇਤਨ ਦੀ ਕਵਿਤਾ ਜਿੱਥੇ ਸਾਹਿਤਿਕ ਅੰਬਰਾਂ 'ਚ ਤਾਰਾ ਬਣ ਕੇ ਚਮਕਦੀ ਹੈ, ਉੱਥੇ ਰੋਜ਼ੀ ਰਿਜ਼ਕ ਦਾ ਸਵਾਲ ਹਮੇਸ਼ਾ ਹੀ ਉਸ ਲਈ ਇੱਕ ਲੰਮੀ ਥਕਾਵੀਂ ਤੇ ਅਮੁੱਕ ਮੰਜ਼ਿਲ ਬਣਿਆ ਰਹਿੰਦਾ ਹੈ। ਜਿਹੜੀ ਮੰਜ਼ਿਲ ਦਾ ਉਸ ਲਈ ਨਾ ਕੋਈ ਆਦ ਹੈ, ਨਾ ਅੰਤ, ਨਾ ਅਤੀਤ, ਨਾ ਵਰਤਮਾਨ, ਨਾ ਹੀ ਕੋਈ ਭਵਿੱਖ। ਉਹ ਜਿਨ੍ਹਾਂ ਕਾਲੇ ਰਾਹਾਂ 'ਤੇ ਅੱਜ ਆਪਣੇ ਕਦਮਾਂ ਨੂੰ ਘਸੀਟਦੇ ਵੇਖਦਾ ਹੈ, ਅੱਜ ਤੋਂ 10 ਸਾਲ ਪਹਿਲਾਂ ਵੀ ਇੱਦਾਂ ਹੀ ਵੇਖਦਾ ਸੀ, ਤੇ ਸ਼ਾਇਦ ਅਨੰਤ ਦੀ ਉੜਕ ਛੋਈ ਮੰਜ਼ਿਲ ਤੱਕ ਇੱਦਾਂ ਹੀ ਵੇਖਦਾ ਚਲਾ ਜਾਏਗਾ। ਐਸਾ ਹੀ ਉਹਦਾ ਵਿਸ਼ਵਾਸ ਹੈ। ਤੇ ਚੇਤਨ ਦਾ ਕੰਮ, ਰੁਜ਼ਗਾਰ, ਇਹ ਬੜੀ ਨਿਰਾਰਥਕ ਜਿਹਾ ਸਵਾਲ ਹੈ, ਜਾਂ ਜਿਹਦੇ ਜਵਾਬ ਇੰਨੇ ਬਹੁਤੇ ਨੇ ਕਿ ਸ਼ਾਇਦ ਚੇਤਨ ਇਹਨਾਂ ਦੀ ਗਿਣਤੀ ਕਰਦਾ ਭੁੱਲ ਜਾਏ। ਖਾਸ ਕਰਕੇ ਦੇਸ਼ ਦੀ ਵੰਡ ਤੋਂ ਬਾਅਦ, ਜਦ ਤੋਂ ਉਹਦੇ ਉਪਨਾਮ ਨਾਲ ਇੱਕ ਹੋਰ ਦੇਸ਼ ਵਿਆਪੀ ਉਪਨਾਮ ਆ ਜੁੜਿਆ, ਰਿਫਿਊਜੀ ਜਾਂ ਸ਼ਰਨਾਰਥੀ ਜਾਂ ਪੀੜਤ, ਤਦ ਤੋਂ ਤਾਂ ਉਹਦੇ ਕੰਮਾਂ ਦਾ ਕੋਈ ਅੰਤ ਹੀ ਨਹੀਂ ਰਿਹਾ। 4 ਦਿਨ ਕੋਈ, 10 ਦਿਨ ਕੋਈ ਤੇ ਮਹੀਨਾ ਕੋਈ। ਪਰ ਅੱਜ ਕੱਲ੍ਹ ਉਹ ਜਿਸ ਕੰਮ 'ਚੋਂ ਆਪਣੇ ਤੇ ਆਪਣੇ ਟੱਬਰ ਦੇ ਪੇਟ ਨਾਲ ਲਈ ਈਂਧਨ ਪੈਦਾ ਕਰਦਾ ਹੈ, ਇਹਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ। ਆਰਟਿਸਟ, ਪਥੇਰਾ, ਕੁਮਾਰ ਆਦਿ। ਉਹ ਮਿੱਟੀ ਦੇ ਖਿਡੌਣੇ ਬਣਾਉਂਦਾ ਹੈ। ਸ਼ੁਰੂ ਤੋਂ ਹੀ ਥੋੜ੍ਹਾ ਬਹੁਤ ਨੱਕਾਸ਼ੀ ਜਾਂ ਮੁਸੱਵਰੀ ਨੂੰ ਮੂੰਹ ਮਾਰਦਾ ਸੀ, ਜਿਸ ਕਰਕੇ ਇਹ ਕੰਮ ਉਹਦੇ ਆੜੇ ਆ ਗਿਆ। ਵੰਡ ਤੋਂ ਬਾਅਦ ਜਿਸ ਤਰ੍ਹਾਂ ਦੇਸ਼ 'ਚੋਂ ਮੋਚੀ, ਜੁਲਾਹੇ, ਤੇਲੀ ਆਦਿ ਪੇਸ਼ਾਵਰ ਲੋਕਾਂ ਦੇ ਚਲੇ ਜਾਣ ਕਰਕੇ ਇਹਨਾਂ ਕੰਮਾਂ ਨੂੰ ਗੈਰ ਪੇਸ਼ਾਵਰਾਂ ਨੇ ਅਪਣਾ ਲਿਆ ਸੀ, ਇਸੇ ਤਰ੍ਹਾਂ ਹੀ ਖਿਡੌਣੇ ਸਾਜ਼ੀ ਦਾ ਪੇਸ਼ਾ ਵੀ ਜਦ ਯਤੀਮ ਰਹਿ ਗਿਆ, ਕਈਆਂ ਗੈਰ ਪੇਸ਼ਾਵਰਾਂ ਨੇ ਇਹਦੀ ਸਰਪ੍ਰਸਤੀ ਸ਼ੁਰੂ ਕਰਤੀ। ਉਹਨਾਂ 'ਚੋਂ ਇੱਕ ਹੈ ਚੇਤਨ। ਚੇਤਨ ਨੂੰ ਦੂਜੇ ਕੰਮਾਂ ਨਾਲੋਂ ਇਹ ਕੰਮ ਪਸੰਦ ਜ਼ਰੂਰ ਹੈ, ਕਿਉਂਕਿ ਇਸ ਵਿੱਚ ਕੁਝ ਨਾ ਕੁਝ ਕੋਮਲ ਹੁਨਰ ਦੀ ਝਲਕ ਹੁੰਦੀ ਹੈ। ਪਰ ਜੇ ਆਮਦਨੀ ਵੱਲ ਵੇਖਿਆ ਜਾਏ ਤਾਂ ਇਸ ਵਰਗਾ ਨੇਸਤੀ ਕੰਮ ਹੋਰ ਕੋਈ ਨਹੀਂ ਦਿਸੇਗਾ। ਮਿੱਟੀ ਨਾਲ ਮਿੱਟੀ ਹੋਏ ਰਹਿਣਾ, ਉਹਨੂੰ ਗੁੰਨਣਾ, ਡੋਲਣਾ, ਪਕਾਉਣਾ, ਫਿਰ ਚਿੱਤਰਨਾ ਤੇ ਛੇਕੜ ਬਾਜ਼ਾਰ 'ਚ ਖਿਡੌਣਿਆਂ ਦਾ ਮੁੱਲ ਪੈਣਾ 3 ਆਨੇ ਤੋਂ ਲੈ ਕੇ 8 ਆਨੇ ਦਰਜਨ, ਅਰਥਾਤ 1 ਪੈਸੇ ਤੋਂ ਲੈ ਕੇ 3 ਪੈਸੇ ਖਿਡੌਣਾ। ਪਰ ਇਸ ਪੇਸ਼ੇ ਦੀ ਇੱਕ ਕੰਨੀ ਐਸੀ ਵੀ ਹੈ ਜਿਹੜੀ ਰੱਤੀ ਮਾਸਾ ਉਤਸ਼ਾਹ ਵਧਾਊ ਹੈ, ਅਰਥਾਤ ਦੀਵਾਲੀ ਦਾ ਤਿਉਹਾਰ। ਇਸ ਮੌਕੇ 'ਤੇ ਖਿਡੌਣੇ ਸਾਜ਼ਾਂ ਪਾਸ ਕਾਫੀ ਗਾঢ় ਹੁੰਦੀ ਹੈ। ਦੀਵਾਲੀ ਨੇੜੇ ਹੋਣ ਕਰਕੇ ਚੇਤਨ ਲਈ ਵੀ ਅੱਜ ਕੱਲ੍ਹ ਗਾঢ় ਮਾੜ ਦੇ ਦਿਨ ਸਨ। ਉਹ ਦੀਵਾਲੀ ਦੇ ਤਿਉਹਾਰ ਲਈ ਛੋਟੇ ਮੋਟੇ ਖਿਡੌਣਿਆਂ ਦੀ ਥਾਂ ਲੱਛਮੀ ਦੀਆਂ ਵੱਡੇ ਆਕਾਰ ਦੀਆਂ ਮੂਰਤੀਆਂ ਬਣਾਇਆ ਕਰਦਾ ਹੈ, ਤੇ ਮਿੱਟੀ ਦੀਆਂ ਨਹੀਂ, ਗੱਚ ਮਤਲਬ ਇਟਾਲੀਅਨ ਪਲਾਸਟਰ ਦੀਆਂ। ਇਸ ਕੰਮ 'ਚ ਉਹਦਾ ਹੱਥ ਦੂਜੇ ਕਾਰੀਗਰਾਂ ਨਾਲੋਂ ਸਾਫ਼ ਹੈ, ਜਿਸ ਕਰਕੇ ਉਹਨੂੰ ਦੀਵਾਲੀ ਤੋਂ ਪਹਿਲਾਂ ਲੱਛਮੀ ਲਈ ਕਾਫੀ ਆਰਡਰ ਮਿਲ ਜਾਇਆ ਕਰਦੇ ਨੇ। ਪਰ ਐਤਕੀ ਦੀ ਦੀਵਾਲੀ ਸ਼ਾਇਦ ਉਹਨੂੰ ਸੌਜੀ ਨਹੀਂ, ਸੱਜੀ ਬਾਂਹ 'ਤੇ ਫੋੜਾ ਨਿਕਲ ਆਉਣ ਕਰਕੇ ਉਹ ਕੰਮ ਕਰਨ ਤੋਂ ਆ ਰਹੀ ਸੀ, ਜਿਸ ਕਰਕੇ ਉਹਨੇ ਇੱਕ ਅੱਧ ਆਰਡਰ ਤੋਂ ਵੱਧ ਨਹੀਂ ਸੀ ਲਿਆ। ਇਹ ਤੋਂ ਛੁੱਟ ਉਹਨੂੰ ਜਿਹੜਾ ਕੰਮ 'ਚ ਘੜਮ ਆ ਪਿਆ, ਇਹ ਸੀ ਇੱਕ ਕਵਿਤਾ ਦੀ ਫਰਮਾਇਸ਼। ਸਥਾਨਕ ਪਰਚੇ ਦੇ ਇੱਕ ਸੰਪਾਦਕ ਨੇ ਦੀਵਾਲੀ ਅੰਕ ਕੱਢਣਾ ਸੀ, ਤੇ ਚੇਤਨ ਦੀ ਕਵਿਤਾ ਉਹ ਪਹਿਲੇ ਸਫ਼ੇ 'ਤੇ ਦੇਣਾ ਚਾਹੁੰਦਾ ਸੀ। ਚੇਤਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੰਮ ਨੂੰ ਪਹਿਲਾਂ ਖ਼ਤਮ ਕਰੇ ਕਿ ਘੜਮ ਨੂੰ, ਅਰਥਾਤ ਲੱਛਮੀ ਦੀਆਂ 2 ਦਰਜਨ ਮੂਰਤੀਆਂ ਮੁਕੰਮਲ ਕਰੇ ਕਿ ਕਵਿਤਾ ਲਿਖੇ। ਇਸ ਉੱਤੇ ਮੁਸੀਬਤ ਇਹ ਕਿ ਫੋੜਾ ਉਹਦੀ ਸੱਜੀ ਬਾਂਹ 'ਤੇ ਸੀ, ਤੇ ਚੇਤਨ ਸੋਚ ਰਿਹਾ ਸੀ ਮੂਰਤੀਆਂ ਪਾਸੋਂ ਵਰਦਾਨ ਮੰਗਿਆ ਜਾਏਗਾ ਤਾਂ ਜੋ ਲੱਛਮੀ ਉਹਨਾਂ ਦੀ ਪੂਜਾ 'ਤੇ ਨਿਹਾਲ ਹੋ ਕੇ ਉਹਨਾਂ ਨੂੰ ਹੋਰ ਬਹੁਤਾ ਚਾਂਦੀ ਸੋਨਾ ਦੇਵੇ, ਤੇ ਸ਼ਾਇਦ ਦੇਵੇਗੀ ਵੀ, ਕਿਉਂਕਿ ਭਗਤਾਂ ਉੱਤੇ ਤਾਂ ਹਮੇਸ਼ਾ ਨਿਹਾਲ ਹੁੰਦੀ ਹੈ। ਪਰ ਜਿਹੜਾ ਰਾਤਾਂ ਝਾਕ ਕੇ ਪੀੜਾਂ ਸਹਾਰ ਕੇ ਉਹਦੀ ਰਚਨਾ ਕਰਦਾ, ਉਹਦੇ ਨਕਸ਼ਾਂ ਨੂੰ ਚਿੱਤਰਦਾ, ਉਸ 'ਚ ਚੁੰਬਕ ਸ਼ਕਤੀ ਭਰਦਾ, ਉਹ 'ਤੇ ਇੰਨੀ ਕਰੋਪੀ ਕਿਉਂ? ਚੇਤਨ ਆਪਣੀ ਦੁੱਖ ਦੀ ਤੇ ਚੀਸਾਂ ਮਾਰਦੀ ਬਾਂਹ ਨੂੰ ਸਾਰੇ ਜ਼ੋਰ ਨਾਲ ਹਰਕਤ ਦਿੰਦਾ ਹੋਇਆ ਬਰਾਬਰ ਮੂਰਤੀਆਂ ਡੋਲੀ ਜਾ ਰਿਹਾ ਸੀ ਤੇ ਸੋਚੀ ਜਾ ਰਿਹਾ ਸੀ। ਸੋਚਦਿਆਂ ਅਚਾਨਕ ਉਹਦਾ ਧਿਆਨ ਹੋਰ ਪਾਸੇ ਚਲਾ ਗਿਆ। ਇਹ ਤਾਂ ਸਗੋਂ ਮੈਨੂੰ ਕਵਿਤਾ 'ਚ ਲਈ ਮਜ਼ਮੂਨ ਲੱਭ ਪਿਆ। ਲੱਛਮੀ ਪੂਜਾ, ਕਿੰਨੀ ਮੁਸ਼ਾਬਤ ਹੈ ਇਸ ਸਿਰਲੇਖ 'ਚ ਤੇ ਮੇਰੀ
ਇਹਨਾਂ ਖਿਆਲਾਂ 'ਚ ਕਵਿਤਾ ਬਣੇਗੀ ਕਿ ਇੱਕ ਵਾਰੀ ਦੇਸ਼ ਦੀ ਸੁੱਤੀ ਹੋਈ ਰੂਹ ਨੂੰ ਟੁੰਬ ਕੇ ਜਗਾ ਦੇਵੇਗੀ। ਪੜ੍ਹਨ ਵਾਲਿਆਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਉਹਨਾਂ ਨੂੰ ਸਮਝ ਪੈ ਜਾਏਗੀ ਕਿ ਦੇਸ਼ ਵਿਆਪੀ ਆਰਥਕ ਉਲਝਣਾਂ ਦਾ ਅਸਲ ਹੱਲ ਕਿੱਥੇ ਹੈ। ਉਹ ਲੋਕ ਖੁਦ ਮਹਿਸੂਸ ਕਰਨਗੇ ਲੱਛਮੀ ਨੂੰ ਬਣਾਉਂਦਾ ਕੌਣ ਹੈ ਅਤੇ ਇਸ 'ਤੇ ਵਰੋਸਾਂਦਾ ਕੌਣ ਹੈ, ਇਹ ਘੜੀਂਦੀ ਕਿੱਥੇ ਹੈ ਅਤੇ ਇਹਦੇ ਉਲਟ ਫੇਰ ਦਾ ਅਸਲ ਕਾਰਨ ਕੀ ਹੈ, ਬਿਮਾਰੀ ਦਾ ਅਸਲ ਇਲਾਜ ਕੀ ਹੈ। ਬੇਸ਼ੱਕ ਚੇਤਨ ਦਾ ਦਿਲ ਗਿੱਠਾਂ ਉਛਲ ਰਿਹਾ ਸੀ। ਕਵਿਤਾ ਬੇਨਜ਼ੀਰ ਬਣੇਗੀ ਅਤੇ ਬਣੇਗੀ ਵੀ ਟਾਈਟਲ ਦੇ ਸਫ਼ੇ 'ਤੇ ਛਪਣ ਦੇ ਲਾਇਕ। ਲੱਛਮੀ ਪੂਜਾ ਤਾਂ ਮੈਨੂੰ ਪਹਿਲਾਂ ਘੰਟਾ ਲਾ ਕੇ ਕਵਿਤਾ ਦਾ ਕੰਮ ਖਤਮ ਕਰ ਲੈਣਾ ਚਾਹੀਦਾ। ਰਾਤ ਅਜੇ ਕਾਫੀ ਪਈ ਹੈ। ਆਪਣੇ ਆਲੇ ਦੁਆਲੇ ਦਾ ਖਿਲਰ ਖਲੇਰਾ ਵਿੱਚੇ ਛੱਡ ਕੇ ਚੇਤਨ ਉੱਠ ਖਲੋਤਾ। ਰੰਗਾਂ ਵਾਲੀਆਂ ਪਿਆਲੀਆਂ ਉਸ ਇੱਕ ਪਾਸੇ ਸਰਕਾ ਦਿੱਤੀਆਂ। ਬੁਰਸ਼ ਆਲੇ 'ਚ ਰੱਖ ਕੇ ਇੱਕ ਪੁਰਾਣੇ ਪਰਨੇ ਨਾਲ ਹੱਥ ਪੂੰਝ ਲਏ। ਡੌਲੀਆਂ ਤੇ ਅਣਡੌਲੀਆਂ ਮੂਰਤੀਆਂ ਨੂੰ ਅੱਗੋਂ ਪਿੱਛੋਂ ਸਮੇਟ ਕੇ ਤਾਂ ਜੋ ਕਿਸੇ ਨੂੰ ਠੋਕਰ ਨਾ ਲੱਗ ਜਾਏ, ਉਹ ਜਾ ਕੇ ਕਾਪੀ ਤੇ ਕਲਮ ਦੁਆਰ ਚੁੱਕ ਲਿਆ। ਫਿਰ ਉਸੇ ਥਾਂ ਬੈਠ ਕੇ ਉਹਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਲੱਛਮੀ ਪੂਜਾ ਪਹਿਲਾ ਬੰਦ ਪੂਰਾ ਕਰਕੇ ਦੂਜੇ ਦੇ ਅੱਧ 'ਚ ਹੀ ਪੁੱਜਾ ਸੀ ਕਿ ਕਦਮਾਂ ਦੀ ਆਵਾਜ਼ ਸੁਣ ਕੇ ਉਹਦੀ ਕਲਮ ਰੁਕ ਗਈ। ਸ਼੍ਰੀਮਤੀ ਉਹਦੇ ਸਾਹਮਣੇ ਖੜੀ ਇੰਜ ਉਸ ਵੱਲ ਵੇਖ ਰਹੀ ਸੀ ਜਿਵੇਂ ਚੇਤਨ ਨੇ ਕੋਈ ਘਿਓ ਦਾ ਘੜਾ ਮੁੱਧਾ ਮਾਰਤਾ ਹੋਵੇ। ਮੈਂ ਕਹਿੰਦੀ ਹਾਂ ਇੱਕ ਖਿਲਾਰਾ ਤੇ ਮੁੱਕ ਲੈਣ ਦਿਆ ਕਰੋ, ਕੰਮ 'ਚ ਘੜੰਪਾ ਬਹਿੰਦੇ ਜੇ ਹੋਰ। ਚੇਤਨ ਨੂੰ ਜਿਵੇਂ ਕਿਸੇ ਨੇ ਪਹਾੜ ਦੀ ਚੋਟੀ ਤੋਂ ਧੱਕਾ ਦੇ ਦਿੱਤਾ ਹੋਵੇ। ਉਹਦੀ ਕਲਪਨਾ ਮਸ਼ੀਨ ਵਿੱਚ ਜਿਹੜੀ ਇਸ ਵੇਲੇ ਭਾਵਪੂਰਤ ਤੇ ਮਰਮ ਸਪਰਸ਼ੀ ਬੁਣਤਰ ਬੁਣੀ ਜਾ ਰਹੀ ਸੀ, ਸਾਰੀ ਉਧੜ ਪੁਧੜ ਕੇ ਤਾਰ ਹੋ ਗਈ। ਗੁੱਸੇ ਤੇ ਹਿਰਖ ਨਾਲ ਕੰਢਿਆਂ ਤੀਕ ਭਰ ਕੇ ਉਹ ਪਤਨੀ ਵੱਲ ਇੰਝ ਤੱਕਿਆ ਜਿਵੇਂ ਉਹਨੂੰ ਚਾਬੀ ਜਾਣਾ ਚਾਹੁੰਦਾ ਹੋਵੇ। ਚੁੱਪ ਬਕੜਵਾ ਨਾ ਕਰੀ ਜਾਇਆ ਕਰ, ਐਵੇਂ ਕੰਮ 'ਚ ਘੜਾਮ ਤੇ ਸਗੋਂ ਤੂੰ ਪਾ ਦਿੱਤਾ ਆ ਕੇ। ਮਸੇ ਲੱਗਾ ਸੀ ਜ਼ਰਾ ਮੂਡ ਬਣਨ, ਖੁਰੀ ਪਿੱਛੇ ਮੱਤ ਜਨਾਨੀਆਂ ਦੀ। ਪਤਨੀ ਫੇਰ ਨਹੀਂ ਬੋਲੀ, ਉਵੇਂ ਹੀ ਮੂੰਹ ਲਟਕਾਈ ਬੁੜ ਕਰਦੀ ਪਿਛਾਂਹ ਮੁੜ ਗਈ। ਚੇਤਨਾ ਨੇ ਸ਼ੁਕਰ ਕੀਤਾ ਬਲਾ ਟਲੀ। ਉਹ ਫੇਰ ਆਪਣੇ ਰੁਝੇਵੇਂ 'ਚ ਰੁੱਝ ਗਿਆ, ਪਰ ਸੁਰ ਤਾਲ ਜਿਹੜਾ ਪਤਨੀ ਦੇ ਸ਼ਬਦਾਂ ਨੇ ਬਖੇਰ ਦਿੱਤਾ ਸੀ, ਉਹ ਮੁੜ ਕੇ ਥਾਂ ਸਿਰ ਨਾ ਆ ਸਕਿਆ। ਜਿਉਂ ਹੀ ਉਹ ਅਗਲੀ ਸਤਰ ਲਿਖਣ ਲੱਗਦਾ ਕਿ ਉਹਨੂੰ ਜਾਪਦਾ ਜਿਵੇਂ ਸ਼੍ਰੀਮਤੀ ਗਈ ਨਹੀਂ, ਬਰਾਬਰ ਉਹਦੇ ਸਿਰ 'ਤੇ ਆਪਣੇ ਵਾਕਾਂ ਨੂੰ ਦੁਹਰਾਈ ਜਾ ਰਹੀ ਹੈ। ਫਿਰ ਇਹਨਾਂ ਵਾਕਾਂ ਦੀਆਂ ਤਹਿਆਂ ਹੇਠੋਂ ਕਈ ਹੋਰ ਵਾਕ ਨਿਕਲਦੇ ਚਲੇ ਆ ਰਹੇ ਸਨ। ਛੇਤੀ ਮੁਕਾਓ ਨਾ ਕੰਮ ਨੂੰ, ਕੁੜੀ ਨੂੰ ਦਿਹਾਰ ਭੇਜਣਾ ਵੇ ਭਲਕੇ। ਸ਼ਹਿਰਦਾਰੀ ਦਾ ਕੰਮ ਏ, ਬੂਹੇ ਤੇ ਬੂਹਾ ਵੇ। ਕੀ ਕਹਿਣਗੇ ਕੁੜਮ, ਪਹਿਲੀ ਦੀਵਾਲੀ ਏ, ਗਰੀਬੀ ਕੁਝ ਤੇ ਕਰਨਾ ਹੀ ਪਏਗਾ ਨਾ। ਤੇ ਫਿਰ ਇਸ ਗੱਲ ਥੱਲਿਓ ਇੱਕ ਹੋਰ ਵਰੇ ਪਿੱਛੋਂ ਦਿਹਾਰ ਆਉਂਦਾ ਵੇ। ਕੋਈ ਰੋਜ਼ ਤੇ ਨਹੀਂ ਦੀਵਾਲੀ ਆਉਣੀ। ਦੂਜਿਆਂ ਵੱਲ ਤੱਕ ਨਿਆਣੇ ਹੌਕਾ ਭਰਦੇ ਨੇ। ਪਾ ਅੱਧ ਸੇਰ ਮਠਿਆਈ ਸਹੀ, 2-4 ਪਟਾਕੇ ਮਤਾਬੀਆਂ ਸਹੀ। ਕਾਪੀ ਚੇਤਨ ਦੇ ਗੋਡੇ ਉੱਤੇ ਖੁੱਲ੍ਹੀ ਪਈ ਸੀ, ਕਲਮ ਉਹਦੇ ਪੋਟਿਆਂ 'ਚ ਸੀ, ਪਰ ਲੱਛਮੀ ਪੂਜਾ ਦੇ ਸਿਰਲੇਖ ਥਲਵੀਓਂ ਹਿਰਦੇ ਛੋਈ ਕਵਿਤਾ, ਉਹ ਤਾਂ ਜਿਵੇਂ ਖੰਭ ਲਾ ਕੇ ਕਿਤੇ ਉੱਡ ਗਈ ਹੋਵੇ। ਕਵਿਤਾ ਕੋਈ ਜੰਗਲ ਦਾ ਸ਼ਿਕਾਰ ਤਾਂ ਨਹੀਂ ਜਿਹਨੂੰ ਭੱਜੇ ਹੋਏ ਨੂੰ ਕੋਈ ਨੱਠੋ ਭੱਜੀ ਨਾਲ ਜਾ ਘੇਰੇਗਾ। ਨਾ ਹੀ ਇਹ ਦਾਣਿਆਂ ਦੀ ਕੰਢੜੀ ਹੈ ਜਿਹੜੀ ਪਾਟ ਜਾਣ ਤੋਂ ਬਾਅਦ ਬੰਦਾ ਹੂੰਝ ਸੰਭਰ ਲਏਗਾ। ਕਵਿਤਾ ਤਾਂ ਉਹ ਇੱਛਿਆਧਾਰੀ ਪੰਛੀ ਹੈ ਜਿਹੜਾ ਮਰਜ਼ੀ ਨਾਲ ਹੀ ਤੁਹਾਡੇ ਬਨੇਰੇ 'ਤੇ ਬੋਲੇਗਾ, ਅਤੇ ਜੇ ਇੱਕ ਵਾਰੀ ਉੱਡ ਗਿਆ ਤਾਂ 1000 ਢੰਗ ਵੀ ਉਹਨੂੰ ਮੋੜ ਨਹੀਂ ਸਕਣਗੇ। ਘੰਟਾ ਡੂਢ ਘੰਟਾ ਚੇਤਨ ਦੇ ਇਸੇ ਹਾਲਤ ਵਿੱਚ ਗੁਜ਼ਾਰ ਦਿੱਤਾ, ਅਤੇ ਜਦ ਕਵਿਤਾ ਦੇ ਰੌਣ ਨੂੰ ਦੁਬਾਰਾ ਦਿਮਾਗ 'ਚ ਘੁਸੇੜਨ ਦੀ ਉਹਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਾ ਹੋਈ ਤਾਂ ਉਹਨੇ ਕਾਪੀ ਇੱਕ ਪਾਸੇ ਰੱਖ ਦਿੱਤੀ, ਇਹ ਸੋਚਦਿਆਂ ਵੀ ਲੱਛਮੀ ਦੀਆਂ ਮੂਰਤੀਆਂ ਚਿੱਤਰਦਿਆਂ ਹੀ ਤਾਂ ਕਵਿਤਾ ਨੇ ਮੇਰੇ ਅੰਦਰ ਪ੍ਰਵੇਸ਼ ਕੀਤਾ। ਇੱਕ ਵਾਰੀ ਫਿਰ ਕਿਉਂ ਨਾ ਕੰਮ 'ਚ ਲੱਗ ਜਾਵਾਂ, ਸ਼ਾਇਦ ਅੱਗੇ ਵਾਂਗ ਫੇਰ ਰੌਂ ਬਣ ਜਾਏ। ਉਸ ਭੋਲੇ ਨੂੰ ਪਰ ਇਸ ਗੱਲ ਦਾ ਨਹੀਂ ਸੀ ਪਤਾ ਕਿ ਲੱਛਮੀ ਤੇ ਸਰਸਵਤੀ ਦਾ ਘੜੇ ਵੱਟੇ ਵਾਲਾ ਵੈਰ ਹੈ। ਬੈਠਿਆਂ ਉਹਦੀ ਫੋੜੇ ਵਾਲੀ ਬਾਂਹ ਆਕੜ ਗਈ। ਜਦ ਉਹਨੇ ਹਿਲਾਣ ਜੁਲਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਜਾਪਿਆ ਜਿਵੇਂ ਕਿਸੇ ਨੇ 5-10 ਮਣਾਂ ਦੇ ਪੱਥਰ ਹੇਠ ਉਹਦੀ ਬਾਂਹ ਦੇ ਦਿੱਤੀ ਹੋਵੇ। ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਰੱਖਣ ਵਿੱਚ ਉਹਦੀ ਜਾਨ ਨਿਕਲਦੀ ਸੀ, ਫਿਰ ਵੀ ਉਸ ਹਾਰ ਨਹੀਂ ਮੰਨੀ। ਰੰਗਾਂ ਵਾਲੀਆਂ ਪਿਆਲੀਆਂ ਉਹਦੇ ਨੇੜੇ ਕਰ ਲਈਆਂ, ਬੁਰਸ਼ ਸੰਭਾਲੇ, ਮੂਰਤੀਆਂ ਨੂੰ ਚੁੱਕ ਕੇ ਆਪੋ ਆਪਣੇ ਟਿਕਾਣੇ ਲਿਆ ਰੱਖਿਆ ਅਤੇ ਮੁੜ ਕੰਮ ਵਿੱਚ ਲੱਗ ਪਿਆ। ਪਰ ਉਹਦਾ ਮਨ ਨਹੀਂ ਜੁੜ ਸਕਿਆ। ਮਨ ਜਿਵੇਂ ਕਿਸੇ ਬਾਂਦਰ ਦੇ ਰੂਪ 'ਚ ਵੱਟ ਗਿਆ ਹੋਵੇ। ਟਪੂਸੀ ਮਾਰ ਕੇ ਕਵਿਤਾ 'ਚ, ਛਾਲ ਮਾਰ ਕੇ ਮੁਨਿਆਰ ਦੀ ਦੁਕਾਨ 'ਤੇ, ਛੜੱਪਾ ਮਾਰ ਕੇ ਐਡੀਟਰ ਦੇ ਦਫ਼ਤਰ 'ਚ। ਚੌਂਕ ਦੇ ਘੰਟਾ ਘਰ ਨੇ 2 ਵਜਾਏ। ਚੇਤਨ ਤ੍ਰਬਕ ਪਿਆ। ਉਹਨੂੰ ਯਾਦ ਨਹੀਂ ਸੀ ਆ ਰਿਹਾ ਕਿ ਪਿਛਲੇ 2-3 ਘੰਟੇ ਉਹਨੇ ਮੂਰਤੀਆਂ ਵਿਚਾਲੇ ਜਾਗਦਿਆਂ ਗੁਜ਼ਾਰੇ ਸਨ ਕਿ ਸੁੱਤਿਆਂ, ਪਰ ਉਹਨੂੰ ਇੰਨਾ ਪਤਾ ਸੀ ਕਿ ਕੰਮ ਜਿਉਂ ਦਾ ਤਿਉਂ ਪਿਆ। ਉਹਦੇ ਸਿਰ 'ਚ ਤਰਾਟਾਂ ਪੈ ਰਹੀਆਂ ਸੀ ਅਤੇ ਕੰਨਾਂ 'ਚ ਘੂੰ ਹੋ ਰਹੀ ਸੀ। ਸਰੀਰ ਦਾ ਅੰਗ ਛੁੜਕਿਆ ਹੋਇਆ ਅਤੇ ਬਾਂਹ, ਇਹ ਤਾਂ ਜਿਵੇਂ ਸਾਰੀ ਦੀ ਸਾਰੀ ਇੱਕ ਵੱਡੇ ਸਾਰੇ ਫੋੜੇ ਦੇ ਰੂਪ 'ਚ ਬਦਲ ਗਈ। ਦੀਵੇ 'ਚ ਤੇਲ ਮੁੱਕ ਚੁੱਕਾ ਸੀ, ਕੇਵਲ ਬੱਤੀ ਸੜ ਰਹੀ ਸੀ। ਟਨ
ਦੀਆਂ ਇਹਨਾਂ ਦੋਹਾਂ ਟਨਕਾਰਾਂ ਨੇ ਚੇਤਨ ਦੇ ਪਿੰਡੇ 'ਤੇ ਚਾਬਕ ਜੜ ਕੇ ਖਬਰਦਾਰ ਕਰ ਦਿੱਤਾ। ਮੂਰਖ, ਕੁੱਲ 4-5 ਘੰਟੇ ਬਾਕੀ ਰਹਿ ਗਏ ਨੇ ਤੇ ਤੇਰਾ ਕੰਮ ਅਜੇ ਗੋੜੇ 'ਚੋਂ ਪੂਣੀ ਵੀ ਨਹੀਂ ਚੋਈ ਗਈ। ਉੱਠ ਖਲੋਤਾ। ਉਹਨੇ ਮਹਿਸੂਸ ਕੀਤਾ ਜਿਵੇਂ ਹੁਣੇ ਘੇਰਨੀ ਖਾ ਕੇ ਬਸ ਡਿੱਗਾ ਕੇ ਡਿੱਗਾ। ਪਤਾ ਨਹੀਂ ਉਹ ਨੀਂਦੇ ਦਾ ਅਸਰ ਸੀ ਜਾਂ ਅਧੂਰੇ ਕੰਮ ਦੀ ਚਿੰਤਾ ਦਾ ਜਾਂ ਕੁੜੀ ਦੇ ਦਿਹਾਰ ਅਥਵਾ ਨਿਆਣਿਆਂ ਦੀਆਂ ਮੰਗਾਂ ਦਾ। ਦੀਵੇ 'ਚ ਤੇਲ ਪਾਉਣ ਲਈ ਉਹਨੂੰ ਬੋਤਲ ਲੈਣ ਦੂਜੇ ਕਮਰੇ 'ਚ ਜਾਣਾ ਪਿਆ। ਜਾਣ ਲੱਗਿਆ ਜਿਉਂ ਹੀ ਲੱਛਮੀ ਦੀ ਮੂਰਤੀ ਉੱਤੋਂ ਉਹਦਾ ਪੈਰ ਆਇਆ, ਉਹ ਠੇਡਾ ਖਾ ਕੇ ਵੱਖੀ ਪਰਨੇ ਕੰਧ ਦੇ ਨਾਲ ਜਾ ਵੱਜਾ। ਉਹਦੀ ਫੋੜੇ ਵਾਲੀ ਬਾਂਹ ਬਿਲ-ਬਿਲਾ ਉੱਠੀ। ਹੁਣ ਉਸ 'ਚ ਉੱਕਾ ਸਾਹ ਸੱਤ ਬਾਕੀ ਨਹੀਂ ਸੀ, ਨਾ ਮੂਰਤੀਆਂ ਬਣਾਉਣ ਜੋਗਾ, ਨਾ ਕਵਿਤਾ ਲਿਖਣ ਜੋਗਾ। ਉਹ ਡਿੱਗਦਾ ਢਹਿੰਦਾ ਮੰਜੇ 'ਤੇ ਕਿਸੇ ਤਰ੍ਹਾਂ ਪੜ ਗਿਆ। ਥਕਾਵਟ ਕਰਕੇ ਉਹਦੀਆਂ ਅੱਖਾਂ 'ਚ ਨੀਂਦ ਰੜਕ ਰਹੀ ਸੀ, ਪਰ ਬਾਂਹ ਦੀ ਪੀੜ ਨੇ ਉਹਨੂੰ ਭਜਾ ਦਿੱਤਾ ਸੀ। ਸਾਰੀ ਰਾਤ ਬਾਂਹ ਦੀਆਂ ਚੀਸਾਂ ਨੇ ਉਹਦੀ ਅੱਖ ਨਹੀਂ ਲੱਗਣ ਦਿੱਤੀ। ਉਹ ਨਿੰਦਾ, ਪੀੜ, ਚਿੰਤਾ, ਅਸਫਲਤਾ ਦਾ ਅਹਿਸਾਸ ਤੇ ਆਪਣੀ ਨਾਮੁਰਾਦੀ ਉੱਤੇ ਹਿਰਖ, ਇਹ ਸਾਰੇ ਮਨੋਵਿਕਾਰ ਆਪੋ 'ਚ ਮਿਲ ਕੇ ਤੇ ਵੱਖੋ ਵੱਖ ਸ਼ਕਲਾਂ ਬਣਾ ਕੇ ਉਹਦੇ ਦਿਮਾਗ ਦੁਆਲੇ ਘੁੰਮੀ ਗਏ। ਕਦੀ ਇਹ ਮੂਰਤੀਆਂ ਦੀ ਸ਼ਕਲ 'ਚ ਵੱਟ ਜਾਂਦੇ, ਕਦੀ ਕਵਿਤਾ ਦੇ ਰੂਪ 'ਚ, ਕਦੀ ਹੋਰ ਆਕਾਰਾਂ ਵਿੱਚ। ਕਿਸੇ ਕਿਸੇ ਵੇਲੇ ਉਹਦੇ ਅੰਦਰੋਂ ਇੱਕ ਬਰੀਕ ਜਿਹੀ ਆਵਾਜ਼ ਉੱਠਦੀ, ਝੱਲਿਆ ਤੂੰ ਜੋ ਲੱਛਮੀ ਦੇ ਸਿਰ 'ਤੇ ਪੈਰ ਰੱਖ ਕੇ ਉਹਦੀ ਬੇਅਦਬੀ ਕਰ ਦਿੱਤੀ। ਲੱਛਮੀ ਜੀ ਦੀ ਭਲਕੇ ਲੋਕਾਂ ਨੇ ਸੋਨੇ ਚਾਂਦੀ ਨਾਲ ਪੂਜਾ ਕਰਨੀ ਸੀ, ਤੂੰ ਉਸ ਉੱਤੇ ਨਾਪਾਕ ਪੈਰ ਰੱਖ ਦਿੱਤਾ ਤੇ ਫਿਰ ਵੀ ਤੂੰ ਉਮੀਦ ਕਰਦਾ ਉਹ ਤੈਨੂੰ ਵਰਦਾਨ ਦੇਵੇਗੀ। ਵਰਦਾਨ ਦੇ ਹੱਕਦਾਰ ਉਹਦੇ ਪੁਜਾਰੀ ਹੋ ਸਕਦੇ ਆ, ਤੇਰੇ ਵਰਗੇ ਨਹੀਂ। ਪਰ ਇਹ ਖਿਆਲ ਬਹੁਤਾ ਚਿਰ ਉਹਦੇ ਅੰਦਰ ਨਹੀਂ ਠਹਿਰ ਸਕਿਆ। ਸੋਚ ਰਿਹਾ ਸੀ, ਜਿੰਨੇ ਪਿਆਰ, ਜਿੰਨੀ ਲਗਨ, ਜਿੰਨੀ ਸ਼ਰਧਾ ਨਾਲ ਮੈਂ ਲੱਛਮੀ ਦੀ ਸੇਵਾ ਕੀਤੀ ਹੈ, ਇੰਨੀ ਤਾਂ ਜੁਗਾ ਜੁਗਾਂਤਰਾਂ ਦਾ ਪੁਜਾਰੀ ਵੀ ਨਹੀਂ ਕਰ ਸਕੇਗਾ। ਤੇ ਮੈਂ ਉਹਦੇ ਨਕਸ਼ਾਂ ਨੂੰ ਚਿੱਤਰਨ ਵੇਲੇ ਆਪਣੇ ਦਿਲ ਦਾ ਲਹੂ ਤੱਕ ਉਹਦੇ ਰੰਗ 'ਚ ਰਲਾ ਦਿੱਤਾ। ਮੈਂ ਇਹਦੀ ਨੁਹਾਰ ਦਿਲਕਸ਼ ਬਣਾਉਣ ਖਾਤਰ ਆਪਣੀਆਂ ਅੱਖਾਂ ਦੀ ਜੋਤ ਤੱਕ ਅਰਪਣ ਕਰਦਾ ਰਿਹਾ, ਪਰ ਇਸ ਬੇਰਹਿਮ ਦੇਵੀ ਨੂੰ ਕਦੀ ਵੀ ਮੇਰੇ ਹਾਲ 'ਤੇ ਤਰਸ ਨਾ ਆਇਆ। ਇਹਨੇ ਮੇਰੀ ਅਨੰਨ ਭਗਤੀ 'ਤੇ ਟੁੱਟ ਕੇ ਕਦੀ ਵੀ ਮੈਨੂੰ ਵਰਦਾਨ ਨਾ ਦਿੱਤਾ, ਸਗੋਂ ਇਹਦੇ ਉਲਟ ਮੈਂ ਹਮੇਸ਼ਾ ਇਹਦੀ ਕਰੋਪੀ ਦਾ ਹੀ ਸ਼ਿਕਾਰ ਬਣਿਆ ਰਿਹਾ। ਤਾਂ ਕੀ ਇਹਦੀਆਂ ਅੱਖਾਂ ਨੂੰ ਸੋਨੇ ਦੀ ਚਮਕ ਹੀ ਚੁੰਧਿਆ ਸਕਦੀ ਹੈ? ਕਿ ਇਹ ਸੱਚੇ ਪੁਜਾਰੀ ਦੀ ਇਹਦੇ ਦਿਲ 'ਚ ਕੋਈ ਕਦਰ ਨਹੀਂ? ਇਸ ਵੇਲੇ ਚੇਤਨ ਸਖਤ ਬੁਖਾਰ ਦੀ ਹਾਲਤ ਵਿੱਚ ਸੀ ਤੇ ਬੁਖਾਰ ਦੀ ਘੂਕੀ ਵਿੱਚ ਹੀ ਇਹੋ ਜਿਹੀਆਂ ਊਟ-ਪਟਾਂਗ ਗੱਲਾਂ ਸੋਚੀ ਜਾ ਰਿਹਾ ਸੀ। ਇਸੇ ਘੂਕੀ ਜਾਂ ਮਦਹੋਸ਼ੀ ਦੀ ਹਾਲਤ ਵਿੱਚ ਉਹ ਮੰਜੇ ਤੋਂ ਉੱਠ ਕੇ ਲੜਖੜਾਉਂਦਾ ਤੇ ਉੱਚੀ ਉੱਚੀ ਬੋਲਦਾ ਹੋਇਆ ਦੂਜੇ ਕਮਰੇ ਵੱਲ ਵਧਿਆ। ਜੇ ਉਹਦਾ ਦਿਲ ਇੰਨਾ ਕਠੋਰ ਹੈ, ਜੇ ਆਪਣੇ ਸੱਚੇ ਪੁਜਾਰੀਆਂ ਤੇ ਰਚਨਹਾਰਿਆਂ ਲਈ ਇਹਦੇ ਦਿਲ 'ਚ ਇਹੋ ਕਦਰ ਹੈ, ਤੇ ਮੈਂ ਅੱਜ ਤੋਂ ਇਹਦਾ ਖਹਿੜਾ ਛੱਡਿਆ। ਮੈਂ ਇਹਦੀ ਤੇ ਉਹਨੇ ਆਪਣੇ ਆਪ ਨੂੰ ਉਸੇ ਮੂਰਤੀਆਂ ਵਾਲੇ ਕਮਰੇ 'ਚ ਵੇਖਿਆ। ਲੱਛਮੀ ਦੀ ਇੱਕ ਮੂਰਤੀ ਉਹਦੇ ਹੱਥ 'ਚ ਸੀ। ਇਹ ਤੋਂ ਪਹਿਲਾਂ ਕਿ ਉਹਨੂੰ ਕੰਧ ਨਾਲ ਮਾਰ ਕੇ ਠੀਕਰੀ ਕਰ ਦਿੰਦਾ, ਪਿੱਛੋਂ ਆ ਕੇ ਕਿਸੇ ਨੇ ਉਹਦੀ ਬਾਂਹ ਫੜ ਲਈ। ਸ਼ਾਇਦ ਉਹਦੀ ਬਕੜਵਾਹ ਸੁਣ ਕੇ ਪਤਨੀ ਦੀ ਜਾਗ ਖੁੱਲ੍ਹ ਗਈ ਸੀ। ਹਾਏ ਮੈਂ ਮਰ ਗਈ, ਇਹ ਕੀ ਕਰਨ ਲੱਗੇ ਜੇ? ਕੁਝ ਨਹੀਂ, ਪੂਜਾ ਕਰਨ ਲੱਗਾ ਲੱਛਮੀ ਦੀ। ਹੋਸ਼ ਕਰੋ, ਮੈਂ ਕਹਿੰਦੀ ਹਾਂ, ਅੱਗੇ ਤਾਂ ਪਤਾ ਨਹੀਂ ਕਿਹੜੇ ਪਾਪਾਂ ਨੂੰ ਫੜੇ ਹੋਏ ਆ, ਹੋਰ ਲੱਗੇ ਜੇ ਸਰਾਪ ਲੈਣ। ਪਤਨੀ ਪਤੀ ਦੇ ਹੱਥੋਂ ਮੂਰਤੀ ਫੜ ਕੇ ਮੰਜੇ ਵੱਲ ਤੁਰੀ। ਉਹ 5 ਭੱਠ ਤਾਪ। ਸਵੇਰੇ ਬਾਹਰੋਂ ਕਿਸੇ ਆਵਾਜ਼ ਮਾਰੀ, ਚੇਤਨ ਜੀ, ਕਵਿਤਾ। ਅੰਦਰੋਂ ਜਨਾਨਾ ਗਲੇ 'ਚੋਂ ਜਵਾਬ ਦਿੱਤਾ ਗਿਆ, ਜੀ ਉਹ ਤੇ ਸੁਰਤ ਹੀ ਨਹੀਂ ਕਰਦੇ, ਤਾਪ ਨਾਲ ਬੇਹੋਸ਼ ਪਏ ਨੇ। ਜਾ ਤੇਰਾ ਸੱਤਿਆਨਾਸ। ਕੰਬਖਤ ਨੇ ਤਾਂ ਅੱਗੇ ਜੋਗਾ ਛੱਡਿਆ ਨਾ ਪਿੱਛੇ ਜੋਗਾ, ਤੇ ਆਵਾਜ਼ ਦੇਣ ਵਾਲਾ ਇਹੋ ਜਿਹੀਆਂ ਕਈ ਸਲਵਾਤਾਂ ਸੁਣਾਉਂਦਾ ਚਲਾ ਗਿਆ। ਥੋੜ੍ਹੀ ਦੇਰ ਬਾਅਦ ਇੱਕ ਹੋਰ ਆਵਾਜ਼ ਆਈ, ਸੁਖਬੀਰ, ਉਹ ਸੁਖਬੀਰ, ਮੂਰਤੀਆਂ ਨਹੀਂ ਪਹੁੰਚਾਈਆਂ ਅਜੇ ਤੱਕ, ਉਧਰ ਗਾਹਕ ਮੁੜੇ ਜਾਂਦੇ ਨੇ। ਜਵਾਬ ਦਿੱਤਾ ਗਿਆ, ਜੀ ਉਹਨਾਂ ਨੂੰ ਤੇ ਰਾਤ ਦਾ 5 ਭੱਠ ਤਾਪ ਚੜਿਆ ਹੋਇਆ, ਪੱਥਰ ਦਾ ਪੱਥਰ ਬਣੇ ਹੋਏ ਨੇ, ਤੇ ਮੂਰਤੀਆਂ ਦਾ ਕੀ ਬਣਿਆ? ਉਹ ਤੇ ਅਧੂਰੀਆਂ ਹੀ ਪਈਆਂ ਨੇ। ਜਾ ਤੇਰੀਆਂ ਬੇੜੀਆਂ 'ਚ ਵੱਟੇ। ਕੋਈ ਧਰਮ ਇਮਾਨ ਹੁੰਦਾ ਹੈ ਨਾ ਲੋਕਾਂ ਦਾ। ਇਹ ਨਹੀਂ ਸੀ ਕੰਮ ਕਰਨਾ ਤੇ ਪਹਿਲੇ ਮਰਦਾ। ਜੋ ਹੋਰ ਕਿਸੇ ਨੂੰ ਆਰਡਰ ਦਿੰਦੇ ਤੇ ਇੱਦਾਂ ਹੀ ਬੁੜਬੁੜ ਕਰਦਾ ਉਹ ਵੀ ਵਾਪਸ ਚਲਾ ਗਿਆ। ਧੰਨਵਾਦ।